ONDC ਆਹ ਜਮੈਟੋ, ਸਵੀਗੀ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਨੂੰ ਖਤਮ ਹੀ ਕਰ ਦੇਗਾ। ਐਟਲੀਸਟ ਸੋਸ਼ਲ ਮੀਡੀਆ ਤੇ ਤਾਂ ਲੋਕ ਆਹੀ ਬੋਲ ਰਹੇ ਤੇ ਆਮ ਸ਼ੋਰ ਕਿ ਤੁਸੀਂ ਵੀ ਕਿਤੇ ਨਾ ਕਿਤੇ ਆਹ ਕੰਪੈਰੀਜ਼ਨ ਜ਼ਰੂਰ ਦੇਖਿਆ ਹੋਵੇਗਾ ਕਿ ਮੈਕਡੋਨਲਡਸ ਤੇ ਆਰਡਰ ਕਰਨਾ ਹੈ ਤਾਂ ONDC ਤੇ 60% ਸਸਤਾ ਪੈ ਰਿਹਾ ਜਮੈਟੋ ਤੇ ਸਵੀਗੀ ਨਾਲੋਂ, ਟੈਕੋ ਬੈਲ ਤੇ 25%, ਡੋਮੀਨੋਜ਼ ਤੇ 20% ਸਸਤਾ ਪੈ ਰਿਹਾ। ਬਟ ਕੀ ਹੋਏਗਾ ਜੇਕਰ ਮੈਂ ਤੁਹਾਨੂੰ ਕਹਾਂ ਕਿ ਅਸਲ ਦੇ ਵਿੱਚ ਇਹਦੇ ਉਲਟਾ ਹੋਣ ਦੀ ਬਹੁਤ ਹਾਈ ਪੋਸੀਬਿਲਿਟੀ ਹੈ ਕਿ ਇਹਨਾਂ ਬਿਜ਼ਨਸ ਦੇ ਖਤਮ ਹੋਣ ਦੀ ਬਜਾਏ ਇਹਨਾਂ ਪਲੇਟਫਾਰਮਸ ਦਾ ਬਿਜ਼ਨਸ ਹੋਰ ਨਵੀਆਂ ਉਚਾਈਆਂ ਤੇ ਜਾਏਗਾ। ਯੈਸ ਆਈ ਨੋ ਕਿ ਇਵਨ ਗਵਰਨਮੈਂਟ ਨੇ ONDC ਇਸ ਲਈ ਬਣਾਇਆ ਤਾਂ ਕਿ ਇਹਨਾਂ ਮੋਨੋਪੋਲੀਜ਼ ਦਾ ਬਿਜ਼ਨਸ ਤੋੜ ਸਕੇ, ਬਟ ਫਿਰ ਵੀ ਮੈਂ ਇਹੀ ਕਹੂੰਗਾ ਕਿ ਇਦਾਂ ਦਾ ਕੁਝ ਨਹੀਂ ਹੋਏਗਾ। ਤੇ ਇਸ ਵੀਡੀਓ ਦੇ ਵਿੱਚ ਮੈਂ ਆਪਣੀ ਇਹੀ ਥਿਊਰੀ ਪ੍ਰੂਵ ਕਰੂੰਗਾ ਕਿ ਕਿਵੇਂ ONDC ਇਹਨਾਂ ਜਮੈਟੋ, ਸਵੀਗੀ, ਐਮਾਜ਼ੋਨ, ਫਲਿੱਪਕਾਰਟ ਵਰਗੇ ਪਲੇਟਫਾਰਮਸ ਦੇ ਲਈ ਇੱਕ ਬਹੁਤ ਹੀ ਵੱਡੀ ਓਪਰਚੁਨਿਟੀ ਬਣ ਸਕਦਾ ਹੈ। ਸੋ ਪਹਿਲਾਂ ਡਿਟੇਲ ਦੇ ਵਿੱਚ ਇਹੀ ਸਮਝਦੇ ਹਾਂ ਕਿ ਅਸਲ ਦੇ ਵਿੱਚ ONDC ਹੈ ਕੀ। ਦੇਖੋ, ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਹੈ ਕਿ ONDC ਇੱਕ ਐਪਲੀਕੇਸ਼ਨ ਹੈ, ਬਟ ਅਸਲ ਦੇ ਵਿੱਚ ਇਹ ਗਵਰਨਮੈਂਟ ਦਾ ਇੱਕ ਇਦਾਂ ਦਾ ਇਨੀਸ਼ੀਏਟਿਵ ਹੈ ਜੋ ਬਾਇਰ ਤੇ ਸੈਲਰਸ ਨੂੰ ਕਨੈਕਟ ਕਰਦਾ ਹੈ। ਬੇਸਿਕਲੀ ONDC ਬਾਇਰਸ ਤੇ ਸੈਲਰਸ ਨੂੰ ਇੱਕ ਪਲੇਟਫਾਰਮ ਤੇ ਕਨੈਕਟ ਕਰਦਾ ਹੈ। ਬਟ ਇੱਕ ਮਿੰਟ, ਐਮਾਜ਼ੋਨ, ਜ਼ੋਮੈਟੋ, ਸਵੀਗੀ ਇਹ ਵੀ ਤਾਂ ਇਹੀ ਕਰਦੇ ਆ, ਫਿਰ ONDC ਇਹਨਾਂ ਚੋਂ ਅਲੱਗ ਕਿਵੇਂ ਹੋ ਗਿਆ? ਮੰਨ ਕੇ ਚੱਲੋ ਇੱਕ ਬਹੁਤ ਵੱਡੀ ਫਿਸ਼ ਮਾਰਕੀਟ ਹੈ। ਹੁਣ ਇਸ ਫਿਸ਼ ਮਾਰਕੀਟ ਲਈ ਸਰਕਾਰ ਨੇ ਜ਼ਮੀਨ ਦੇਤੀ, ਹੁਣ ਉੱਥੇ ਕੋਈ ਵੀ ਫਿਸ਼ਰਮੈਨ ਆ ਕੇ ਆਪਣੀ ਫਿਸ਼ ਵੇਚ ਸਕਦਾ ਹੈ। ਹੁਣ ਉਸ ਫਿਸ਼ਰਮੈਨ ਨੇ ਆਪਣੀ ਸ਼ਾਪ ਨੂੰ ਕਿਵੇਂ ਸੈਟਅਪ ਕਰਨਾ ਹੈ, ਕਿੰਨੀ ਵੱਡੀ ਸ਼ਾਪ ਜਾਂ ਕਿੰਨੀ ਛੋਟੀ ਸ਼ਾਪ ਸੈਟਅਪ ਕਰਨੀ ਹੈ, ਕਿੰਨਾ ਮਹਿੰਗਾ ਵੇਚਣਾ ਹੈ, ਕਿੰਨਾ ਸਸਤਾ ਵੇਚਣਾ ਹੈ, ਇਹ ਸਾਰਾ ਕੁਝ ਉਹ ਫਿਸ਼ਰਮੈਨ ਖੁਦ ਡਿਸਾਈਡ ਕਰੇਗਾ। ਇੱਥੇ ਕੋਈ ਮਿਡਲਮੈਨ ਨਹੀਂ ਹੈ। ਬ੍ਰੌਡਲੀ ਈ-ਕਮਰਸ ਦੇ ਲਈ ਇਹੀ ਕੰਮ ਕਰਦਾ ਹੈ ONDC। ਔਨ ਦਾ ਅਦਰ ਹੈਂਡ ਇਮੈਜਿਨ ਕਰੋ ਕਿ ਕੋਈ ਪ੍ਰਾਈਵੇਟ ਬਿਜ਼ਨਸ ਹੈ ਜੋ ਕਹਿੰਦਾ ਕਿ ਮੈਂ ਆਪਣੀ ਫਿਸ਼ ਮਾਰਕੀਟ ਸੈਟਅਪ ਕਰੂੰਗਾ, ਮੈਂ ਸ਼ਾਪ ਸੈਟਅਪ ਕਰਨ ਦਾ ਬੇਸਿਕ ਇਨਫਰਾਸਟ੍ਰਕਚਰ ਵੀ ਪ੍ਰੋਵਾਈਡ ਕਰੂੰਗਾ, ਪ੍ਰਾਈਸ ਚਾਰਟ ਤੇ ਫਿਸ਼ਸ ਨੂੰ ਸੈਲ ਕਰਨ ਦੇ ਵਿੱਚ ਵੀ ਹੈਲਪ ਕਰੂੰਗਾ। ਈਵਨ ਕਿ ਮੈਂ ਫਿਸ਼ ਮਾਰਕੀਟ ਦੇ ਵਿੱਚ ਇੱਕ ਮੇਲਾ ਵੀ ਚਲਾ ਕੇ ਰੱਖੂੰਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਟਰੈਕਟ ਕੀਤਾ ਜਾ ਸਕੇ। ਵੱਧ ਤੋਂ ਵੱਧ ਲੋਕ ਆਉਣਗੇ ਤੇ ਮੈਂ ਆਪਣੀ ਪਾਕਟ ਚੋਂ ਆਪਣੇ ਕਸਟਮਰਸ ਨੂੰ ਕੁਝ ਡਿਸਕਾਊਂਟ ਵੀ ਦੇਵਾਂਗਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਫਿਸ਼ਰਮੈਨ ਨੂੰ ਆਪਣੀ ਟੋਟਲ ਸੇਲ ਦਾ ਮੈਨੂੰ ਥੋੜਾ ਜਿਹਾ ਹਿੱਸਾ ਦੇਣਾ ਪਏਗਾ, ਯਾਨੀ ਕਿ ਕਮਿਸ਼ਨ ਦੇਣਾ ਪਏਗਾ। ਤੇ ਇਹੀ ਕੰਮ ਕਰਦੇ ਨੇ ਐਮਾਜ਼ੋਨ ਤੇ ਜ਼ੋਮੈਟੋ ਵਰਗੇ ਪਲੇਟਫਾਰਮ। ਹੁਣ ਹੋ ਕੀ ਰਿਹਾ ਕਿ ਇੰਡੀਆ ਦੇ ਵਿੱਚ ਜਿੰਨੀਆਂ ਵੀ ਫਿਸ਼ ਮਾਰਕੀਟ ਜਾਂ ਫਿਰ ਈ-ਕਮਰਸ ਨੇ ਉਹ ਇਹ ਵੱਡੀਆਂ ਕੰਪਨੀਆਂ ਰਨ ਕਰ ਰਹੀਆਂ ਨੇ। ਹੁਣ ਇਹਦੇ ਨਾਲ ਹੁੰਦਾ ਕਿ ਫਿਸ਼ਰਮੈਨ ਜਾਂ ਫਿਰ ਸਮਾਲ ਬਿਜ਼ਨਸਮੈਨ ਦਾ ਨਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਸੇ ਲਈ ਗਵਰਨਮੈਂਟ ਇਹ ONDC ਦਾ ਕੰਸੈਪਟ ਲੈ ਕੇ ਅੱਗੇ ਆਈ। ONDC ਤੇ ਸਰਕਾਰ ਪਿਛਲੇ 3-4 ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਇਸ ਟਾਈਮ ਦੇ ਚੱਲਦੇ ਹੋਏ ਸਵਿਗੀ ਦੀ ਵੈਲਿਊਏਸ਼ਨ $8.2 ਬਿਲੀਅਨ ਤੋਂ ਡਿੱਗ ਕੇ $5.5 ਬਿਲੀਅਨ ਤੱਕ ਰਹਿ ਗਈ ਹੈ, ਯਾਨੀ ਕਿ ਵੈਲਿਊਏਸ਼ਨ ਦੇ ਵਿੱਚ 32% ਦਾ ਡ੍ਰੌਪ ਆ ਗਿਆ। ਤੇ ਦੂਜੇ ਪਾਸੇ ਜੇਕਰ ਜ਼ੋਮੈਟੋ ਦੀ ਗੱਲ ਕਰਾਂ ਤਾਂ ਵੈਲਿਊਏਸ਼ਨ 50% ਤੱਕ ਡ੍ਰੌਪ ਹੋਈ ਹੈ। ਹੁਣ ਇਹ ਸਾਰੀਆਂ ਚੀਜ਼ਾਂ ਦੇਖ ਕੇ ਤਾਂ ਲੱਗ ਰਿਹਾ ਕਿ ONDC ਇਹਨਾਂ ਕੰਪਨੀਆਂ ਨੂੰ ਸੱਚੀ ਖਤਮ ਕਰ ਰਿਹਾ ਹੈ, ਬਟ ਮੈਂ ਫਿਰ ਕਹਿ ਰਿਹਾ ਕਿ ਇਹਨਾਂ ਨੂੰ ਖਤਮ ਕਰਨ ਦੀ ਬਜਾਏ ਇਹੀ ਚੀਜ਼ ਇਹਨਾਂ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰੇਗੀ। ਤਾਂ ਇਹ ਵੀ ਦੇਖ ਲੈਣਾ ਕਿ ਇਦਾਂ ਕਿਉਂ ਹੋਏਗਾ। ਦੇਖੋ, ਕਿਸੇ ਵੀ ਈ-ਕਮਰਸ ਐਗਰੀਗੇਟਰ ਨੂੰ ਸਕਸੈਸਫੁਲੀ ਚਲਾਉਣ ਦੇ ਲਈ 4 ਚੀਜ਼ਾਂ ਪਰਫੈਕਟ ਹੋਣੀਆਂ ਚਾਹੀਦੀਆਂ ਨੇ: ਡਿਸਕਵਰੀ, ਡਿਲੀਵਰੀ, ਕਸਟਮਰ ਐਡਰੈਸਲ ਤੇ ਸਪਲਾਈ ਸਾਈਡ ਲੌਜਿਸਟਿਕਸ। ਇਹਨਾਂ ਤੋਂ ਬਿਨਾਂ ਕਿਸੇ ਵੀ ਐਗਰੀਗੇਟਰ ਨੂੰ ਚਲਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ONDC ਇਹਨਾਂ 4 ਦੇ ਵਿੱਚੋਂ 3 ਦੇ ਵਿੱਚ ਇਸ਼ੂ ਫੇਸ ਕਰ ਰਹੀ ਹੈ। ਹੁਣ ਇਹ ਵੀ ਦੱਸ ਦੇਣਾ ਕਿ ਇਹ ਕਿਵੇਂ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਿਲੀਵਰੀ ਦੀ। ਕਰੰਟਲੀ ONDC ਦਾ ਲਾਸਟ ਮਾਈਲ ਡਿਲੀਵਰੀ ਦੇ ਲਈ ਆਪਣਾ ਕੁਝ ਵੀ ਸੈਟਅਪ ਨਹੀਂ ਹੈ। ਬੇਸਿਕਲੀ ਡਿਪੈਂਡ ਕਰਦਾ ਥਰਡ ਪਾਰਟੀ ਐਗਰੀਗੇਟਰ ਜਿਵੇਂ ਕਿ ਡਿਲੀਵਰੀ, ਬਲੂ ਡਾਰਟ ਵਗੈਰਾ ਤੇ। ਇਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹ ਹੈ ਕਿ ਡਿਲੀਵਰੀ ਏਜੰਟਸ ਦੀ ਅਕਾਊਂਟੇਬਿਲਿਟੀ ਨਹੀਂ ਹੈ। ਇੰਨੀ ਘੱਟ ਪ੍ਰਾਈਸ ਨੂੰ ਦੇਖਦੇ ਹੋਏ ਮੈਂ ਖੁਦ 3 ਵਾਰ ONDC ਤੋਂ ਆਪਣਾ ਫੂਡ ਆਰਡਰ ਕੀਤਾ ਹੈ, ਬਟ ਹਰ ਵਾਰ 20 ਤੋਂ 30 ਮਿੰਟ ਬਾਅਦ ਮੇਰਾ ਆਰਡਰ ਕੈਂਸਲ ਹੋ ਗਿਆ ਐਂਡ ਆਈ ਵਾਸ ਹੈਲਪਲੈਸ। ਸੈਕੰਡ ਕੰਪੋਨੈਂਟ ਆਉਂਦਾ ਕਸਟਮਰ ਐਡਰੈਸਲ। ਜਿਵੇਂ ਕਿ ਮੈਂ ਦੱਸਿਆ ਕਿ ਮੇਰੇ 3 ਆਰਡਰ ਕੈਂਸਲ ਹੋ ਗਏ, ਬਟ ਕੋਈ ਇਦਾਂ ਦਾ ਮੈਕੈਨਿਜ਼ਮ ਨਹੀਂ ਹੈ ਜਿੱਥੇ ਮੈਂ ਕੰਪਲੇਂਟ ਕਰ ਸਕਾਂ ਜਾਂ ਫਿਰ ਰਿਫੰਡ ਲਈ ਪ੍ਰੋਸੀਡ ਕਰ ਸਕਾਂ। ਜ਼ੋਮੈਟੋ, ਸਵਿਗੀ ਦੀ ਗੱਲ ਕਰਾਂ ਤਾਂ ਉੱਥੇ ਮੈਨੂੰ ਇੰਨਾ ਤਾਂ ਪਤਾ ਕਿ ਮੈਂ ਕੰਪਲੇਂਟ ਕਿੱਥੇ ਕਰਨੀ ਹੈ, ਬਟ ONDC ਤੇ ਇਦਾਂ ਦਾ ਕੋਈ ਸਿਸਟਮ ਹੀ ਨਹੀਂ ਹੈ। ਰੈਸਟੋਰੈਂਟ ਕਹਿੰਦਾ ਕਿ ਮੇਰੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਤੇ ONDC ਤੇ ਇਦਾਂ ਦਾ ਕੋਈ ਸਪੋਰਟ ਸਿਸਟਮ ਹੀ ਨਹੀਂ ਹੈ। ਤਾਂ ਫਿਰ ਹੁਣ ਕਸਟਮਰ ਕਰੇ ਕੀ? ਤੁਹਾਡਾ ਤਾਂ ਪਤਾ ਨਹੀਂ, ਬਟ ਮੇਰੇ ਇਦਾਂ ਦੇ ਐਕਸਪੀਰੀਅੰਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੈਂ ਦੁਬਾਰਾ ONDC ਤੋਂ ਆਰਡਰ ਕਰੂੰਗਾ। ਤੀਸਰਾ ਕੰਪੋਨੈਂਟ ਆਉਂਦਾ ਸਪਲਾਈ ਆਪਰੇਸ਼ਨਸ ਤੇ ਲੌਜਿਸਟਿਕਸ। ਹੁਣ ONDC ਨੇ ਘੱਟ ਕਮਿਸ਼ਨ ਕਰਕੇ ਪਲੇਟਫਾਰਮ ਤਾਂ ਦੇਤਾ, ਬਟ ਇਸ ਪਲੇਟਫਾਰਮ ਤੇ ਲਿਸਟਿੰਗ ਕਰਨਾ, ਮੈਨੂ ਦੀਆਂ ਵਧੀਆ ਫੋਟੋਜ਼ ਖਿੱਚ ਕੇ ਪਾਉਣੀਆਂ, ਰੈਸਟੋਰੈਂਟ ਦੀ ਰੇਟਿੰਗ ਨੂੰ ਮੈਨੇਜ ਕਰਨਾ, ਇਹ ਸਾਰਾ ਕੁਝ ਰੈਸਟੋਰੈਂਟ ਨੇ ਖੁਦ ਹੀ ਮੈਨੇਜ ਕਰਨਾ ਹੁੰਦਾ। ਸੋ ਇਨ ਮਾਈ ਪੁਆਇੰਟ ਆਫ ਵਿਊ, ਇੰਡੀਆ ਦੇ ਵਿੱਚ 90% ਰੈਸਟੋਰੈਂਟਸ ਕੋਲ ਤਾਂ ਇੰਨੀ ਐਕਸਪਰਟੀਜ਼ ਵੀ ਨਹੀਂ ਹੈ ਤੇ ਨਾ ਹੀ ਇੰਨੇ ਰਿਸੋਰਸਸ ਹੈ ਕਿ ਉਹ ਸਾਰਾ ਕੁਝ ਖੁਦ ਫਿਗਰ ਆਊਟ ਕਰ ਸਕਣ। ਸੋ ਹਾਲਾਂਕਿ ONDC ਤੇ ਘੱਟ ਕਮਿਸ਼ਨ ਦੇ ਕੇ ਬਹੁਤ ਸਾਰੇ ਸਮਾਲ ਬਿਜ਼ਨਸ ਤੇ ਰੈਸਟੋਰੈਂਟਸ ਆ ਤਾਂ ਜਾਣਗੇ, ਬਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੁਦ ਮੈਨੇਜ ਕਰਨਾ ਉਹਨਾਂ ਲਈ ਇਨਕ੍ਰੈਡੀਬਲੀ ਟਫ ਹੋਏਗਾ। ਸੋ ਮੇਰੇ ਹਿਸਾਬ ਨਾਲ ਇੱਕ ਸਕਸੈਸਫੁਲ ਡਿਲੀਵਰੀ ਦੇ 3 ਕੰਪੋਨੈਂਟ ਹੁੰਦੇ ਆ: ਅਵੇਲੇਬਿਲਿਟੀ ਆਫ ਆਪਸ਼ਨਸ, ਔਨ ਟਾਈਮ ਡਿਲੀਵਰੀ ਤੇ ਕੰਫਰਟ ਆਫ ਰਿਫੰਡ ਇਨ ਕੇਸ ਆਫ ਐਨ ਇਸ਼ੂ। ਤੇ ਇੱਥੇ ਮੇਰਾ ਡਾਊਟ ਇਹੀ ਹੈ ਕਿ ONDC ਇਹਨਾਂ ਸਾਰੇ ਪੈਰਾਮੀਟਰਸ ਤੇ ਐਮਾਜ਼ੋਨ, ਜ਼ੋਮੈਟੋ, ਸਵਿਗੀ ਨਾਲ ਕੰਪੀਟ ਕਰ ਪਾਏਗਾ? ਤਾਂ ਹੋਏਗਾ ਕਿ ਇਹਨੇ ਘੱਟ ਕਮਿਸ਼ਨ ਨੂੰ ਦੇ ਕੇ ਬਹੁਤ ਸਾਰੇ ਰੈਸਟੋਰੈਂਟਸ ONDC ਤੇ ਆ ਤਾਂ ਜਾਣਗੇ, ਬਟ ਹੌਲੀ ਜਿਵੇਂ ਉਹ ਰਿਅਲਾਈਜ਼ ਕਰਨਗੇ ਕਿ ONDC ਤੇ ਆਪਣੇ ਬਿਜ਼ਨਸ ਨੂੰ ਚਲਾਉਣਾ ਕਿੰਨਾ ਜ਼ਿਆਦਾ ਮੁਸ਼ਕਿਲ ਹੈ, ਤਾਂ ਉਹਨਾਂ ਨੂੰ ਆਟੋਮੈਟਿਕਲੀ ਲੱਗਣਾ ਸ਼ੁਰੂ ਹੋ ਜਾਏਗਾ ਕਿ ਇਸ ਤੋਂ ਜ਼ੋਮੈਟੋ ਤੇ ਸਵਿਗੀ ਕਿਤੇ ਜ਼ਿਆਦਾ ਬੈਟਰ ਨੇ। ਆਫ ਕੋਰਸ ਕੁਝ ਬਿਜ਼ਨਸ ਇਦਾਂ ਦੇ ਹੋਣਗੇ ਜੋ ONDC ਤੇ ਮਾਈਗ੍ਰੇਟ ਕਰਨਗੇ, ਬਟ ਉਹਨਾਂ ਬਿਜ਼ਨਸ ਦੀ ਪਰਸੈਂਟੇਜ ਬਹੁਤ ਘੱਟ ਹੋਏਗੀ। ਸੋ ਮੇਰੇ ਓਪੀਨੀਅਨ ਦੇ ਅਕੋਰਡਿੰਗ ਜ਼ੋਮੈਟੋ ਤੇ ਸਵਿਗੀ ਹੁਣ ਇੰਨੇ ਵੱਡੇ ਬਿਜ਼ਨਸ ਬਣ ਚੁੱਕੇ ਹੈ ਕਿ ਉਹਨਾਂ ਨੇ ਫੂਡ ਡਿਲੀਵਰੀ ਸਪੇਸ ਦੇ ਵਿੱਚ ਨਾ ਹੁਣ ਹਾਈ ਬੈਰੀਅਰ ਕ੍ਰੀਏਟ ਕਰਦੇ ਆ। ਇਨਫੈਕਟ ਐਮਾਜ਼ੋਨ ਤੇ ਊਬਰ ਨੇ ਵੀ ਇਸ ਫੂਡ ਡਿਲੀਵਰੀ ਸਪੇਸ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਸੀ ਤੇ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਇਹ ਕੰਪਨੀਆਂ ਇਸ ਸਪੇਸ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਈਆਂ। ਸਾਰਿਆਂ ਨੂੰ ਲੱਗਦਾ ਕਿ ਇੰਡੀਆ ਦਾ ਕੰਜ਼ਿਊਮਰ ਨਾ ਪ੍ਰਾਈਸ ਕੌਨਸ਼ੀਅਸ ਹੈ, ਇਸ ਲਈ ONDC ਚੱਲ ਜਾਏਗਾ, ਬਟ ਮੈਨੂੰ ਨਹੀਂ ਲੱਗਦਾ ਕਿ ਇਸ ਕੇਸ ਦੇ ਵਿੱਚ ਇਹ ਸੱਚ ਹੈ। ਅਕੋਰਡਿੰਗ ਟੂ ਮੀ, ਇੰਡੀਆ ਦਾ ਕੰਜ਼ਿਊਮਰ ਪ੍ਰਾਈਸ ਕੌਨਸ਼ੀਅਸ ਨਹੀਂ, ਵੈਲਿਊ ਕੌਨਸ਼ੀਅਸ ਹੈ। ਉਹਨਾਂ ਨੂੰ ਪ੍ਰਾਈਸ ਦੇ ਨਾਲ ਨਾ ਵਧੀਆ ਐਕਸਪੀਰੀਅੰਸ ਵੀ ਚਾਹੀਦਾ ਹੈ ਤੇ ONDC ਇਹ ਐਕਸਪੀਰੀਅੰਸ ਦੇਣ ਦੇ ਵਿੱਚ ਹੀ ਫੇਲ ਹੋਏਗੀ, ਸਪੈਸ਼ਲੀ ਉਦੋਂ ਜਦੋਂ ਐਮਾਜ਼ੋਨ, ਜ਼ੋਮੈਟੋ ਵਰਗੀਆਂ ਕੰਪਨੀਆਂ ਨੇ ਇਹ ਹਾਈ ਬਾਰ ਕ੍ਰੀਏਟ ਕਰਤੇ ਹੋਣ।
ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ONDC ਕਿਸੇ ਕੰਮ ਦਾ ਨਹੀਂ ਹੈ। ਮੇਰੇ ਹਿਸਾਬ ਨਾਲ ONDC ਫੂਡ ਡਿਲੀਵਰੀ ਜਾਂ ਫਿਰ ਈ-ਕਮਰਸ ਦੀ ਮਾਰਕੀਟ ਨੂੰ ਡਿਸਟਰਪਟ ਕਰਨ ਦੀ ਬਜਾਏ ਨਾ ਆਪਣੀ ਇੱਕ ਨਵੀਂ ਮਾਰਕੀਟ ਕ੍ਰੀਏਟ ਕਰੇਗਾ। ਲੈਟ ਮੀ ਐਕਸਪਲੇਨ ਵਿਦ ਐਨ ਐਗਜ਼ਾਮਪਲ। ਫੋਰ ਐਗਜ਼ਾਮਪਲ, ਮੈਂ ਜੋਧਪੁਰ ਤੋਂ ਬਲਕ ਦੇ ਵਿੱਚ ਕਾਫੀ ਸਾਰਾ ਫਰਨੀਚਰ ਆਰਡਰ ਕਰਨਾ ਹੈ। ਹੁਣ ਇਸ ਚੀਜ਼ ਦੇ ਲਈ ਕੋਈ ਮਾਰਕੀਟ ਪਲੇਸ ਨਹੀਂ ਹੈ। ਇਦਾਂ ਦੇ ਟਾਈਮ ਤੇ ONDC ਬੈਸਟ ਪਲੇਟਫਾਰਮ ਹੈ ਤੇ ਜੋਧਪੁਰ ਦੇ ਫੈਕਟਰੀ ਓਨਰ ਨੂੰ ਵੀ ਇਸ ਚੀਜ਼ ਦਾ ਕਾਫੀ ਫਾਇਦਾ ਹੋਏਗਾ, ਕਿਉਂਕਿ ਇਸ ਚੀਜ਼ ਤੋਂ ਉਹਨੂੰ ਕਾਫੀ ਸਾਰਾ ਬਿਜ਼ਨਸ ਜੋ ਮਿਲੇਗਾ। ਤੇ ਇਦਾਂ ਦੇ ਹੋਰ ਵੀ ਬਹੁਤ ਸਾਰੇ ਕੇਸਿਸ ਨਿਕਲ ਕੇ ਸਾਹਮਣੇ ਆਉਣਗੇ ਜਿਨ੍ਹਾਂ ਲਈ ONDC ਵਿਲ ਬੀ ਪਰਫੈਕਟ। ਬਾਕੀ ਤੁਹਾਡਾ ਇਸ ਚੀਜ਼ ਤੇ ਕੀ ਓਪੀਨੀਅਨ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਕੇ ਦੱਸਿਓ। ਤੇ ਜੇਕਰ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕਿਫਾਇਤੀ।